ਇਹ ਸਾਡੀ ਮਜਬੂਰੀ ਹੈ, ਖਾਲਿਸਤਾਨ ਜ਼ਰੂਰੀ ਹੈ। ਸ਼ਰਮ ਨਹੀਂ ਆਉਂਦੀ ਯਾਰ ਤੁਹਾਨੂੰ ਇਹ ਗੱਲਾਂ ਕਹਿੰਦਿਆਂ ਨੂੰ? ਜਿਹੜੇ ਹੈ ਸਿੱਖ ਧਰਮ ਦੇ ਸੰਬੰਧਿਤ ਜਿਹੜਾ ਵੀ ਕੋਈ ਬੰਦਾ ਇੱਕ ਦਰਖਾਸਤ ਦੇ ਨਾਲ ਦੀ ਨਾਲ ਪਰਚਾ। ਇਹਨਾਂ ਨੂੰ ਹਜੇ ਵੀ ਅੱਡ ਮੁਲਕ ਚਾਹੀਦਾ ਯਾਰ। ਇਹਨੂੰ ਘੱਟੋ ਘੱਟ ਉਹ ਜਾ ਕੇ ਕੋਈ ਸਿਖਾਓ ਯਾਰ ਕਿ ਕਾਂ ਮਾਰ ਕੇ ਟੰਗਣਾ ਜਿਹੜਾ ਸ਼ਬਦ ਹੈ ਦਾ ਮਤਲਬ ਕੀ ਹੁੰਦਾ। ਕਾਨੂੰਨਨ ਕਾਰਵਾਈ ਕਰਕੇ ਇਹਨਾਂ ਨੂੰ ਐਸੀ ਸਖਤ ਸਜ਼ਾ ਦਿੱਤੀ ਜਾਵੇ ਵੀ 4-5 ਸਾਲ ਕੋਈ ਝਾਕੇ ਨਾ। ਇੱਕ ਹਿੰਦੂ ਰਾਸ਼ਟਰ ਦੀ ਗੱਲ ਕਰ ਸਕਦੇ ਆ, ਐਸੇ ਗੱਲ ਸਮਝਣੀ ਪਊਗੀ। ਜਿੰਨੇ ਇਹ ਜਥੇਬੰਦੀਆਂ ਗੰਦ ਪਾਉਂਦੀਆਂ ਫਿਰਦੀਆਂ, ਪੈਸੇ ਇਕੱਠੇ ਕਰਦੀਆਂ ਫਿਰਦੀਆਂ, ਤੁਸੀਂ ਕਿਸੇ ਸ਼ਿਵ ਸੈਨਾ ਵਾਲੇ ਨੂੰ ਦਿਖਾ ਦਿਓ ਮੈਨੂੰ ਬਾਹਰੋਂ ਫੰਡਿੰਗ ਹੁੰਦੀ। ਇਹ ਵੀ ਇੱਕ ਇਲਜ਼ਾਮ ਲੱਗਦਾ ਨਾ ਕਿ ਸ਼ਿਵ ਸੈਨਾ ਵਾਲੇ ਹੋ ਗਏ, ਤੁਹਾਡੇ ਵਰਗੇ ਬੰਦੇ ਹੋ ਗਏ, ਗਨਮੈਨ ਲੈਣ ਲਈ, ਸਿਕਿਉਰਟੀਆਂ ਲੈਣ ਲਈ, ਟੌਰ ਟੱਪੇ ਲਈ ਇਹ ਸਭ ਕੁਝ ਬਿਆਨ ਦਿੰਦੇ ਰਹਿੰਦੇ ਹੋ ਪੁੱਠੇ ਸਿੱਧੇ। ਤੁਹਾਨੂੰ ਹੀ ਇੰਨਾ ਕਿਉਂ ਮਤਲਬ ਮੋਹ ਜਾਗਦਾ? ਬਾਕੀ ਦੁਨੀਆ ਹੀ ਬੈਠੀ ਹੈ, ਕਿਉਂ ਤੁਹਾਨੂੰ ਲੱਗਦਾ ਕਿ ਫੇਮ ਪਾਉਣ ਲਈ? ਇੱਥੇ ਰੌਲਾ ਹੈਗਾ ਜਿਹੜਾ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲੱਗੇ। ਇਹ ਜਿੱਦਣ ਦਾ ਰਾਮ ਮੰਦਿਰ ਸਾਡਾ ਬਣਨ ਲੱਗਿਆ ਯਾਰ, ਇਹਨਾਂ ਨੂੰ ਕੀ ਐਸੀ ਘਬਰਾਹਟ ਹੋ ਗਈ? ਜੇ ਖਾਲਿਸਤਾਨ ਤੁਸੀਂ ਕਹਿੰਦੇ ਹੋ, ਹਾਈ ਕੋਰਟ ਨੇ ਕਿਹਾ, ਜੇ ਕਿਹਾ ਜੇ ਅਧਿਕਾਰ ਦਿੱਤਾ, ਜੇ ਫਰੀडम ਆਫ ਸਪੀਚ ਦਾ ਅਧਿਕਾਰ ਹੈ ਤਾਂ ਮੰਗ ਲੈਣ। ਨਹੀਂ ਜਦੋਂ ਮੇਰੇ ਤੇ ਅਟੈਕ ਹੋ ਗਿਆ ਉਸ ਤੋਂ ਬਾਅਦ ਮੈਨੂੰ ਸਿਕਿਉਰਿਟੀ ਦਿੱਤੀ। ਜੇ ਮੇਰਾ ਉਸ ਅਟੈਕ ਦੇ ਵਿੱਚ ਕੋਈ ਨੁਕਸਾਨ ਹੋ ਜਾਂਦਾ ਉਦੋਂ ਕੌਣ ਜ਼ਿੰਮੇਵਾਰ ਸੀ? ਜਿਹੜਾ ਸਿੱਖ ਸਮਾਜ ਹੈ ਇਹ ਸਿੱਖਾਂ ਨੂੰ ਇੱਥੇ ਵਰਤ ਰਹੇ ਆ। ਜੇ ਬਾਣੀ ਤੇ ਸਾਰਾ ਜ਼ੋਰ ਦੇ ਲੈਣ, ਇਹਨਾਂ ਨੂੰ ਆਹ ਕੁਛ ਤਾਂ ਕਰਨ ਦੀ ਲੋੜ ਹੀ ਨਹੀਂ ਜਿਹੜੇ ਇਹ ਡਰਾਮੇ ਕਰਦੇ ਫਿਰਦੇ ਆ। ਕਰਨਾ ਕੋਈ RSS ਦਾ ਆਗੂ ਇਹ ਕਹਿੰਦਾ ਕਿ ਹਿੰਦੂ ਰਾਸ਼ਟਰ ਬਣਾਉਣਾ ਉਦੋਂ ਕੋਈ ਸਹੀ ਹੁੰਦਾ? ਯਾਰ ਇਹਨਾਂ ਬੰਦੇ ਨੂੰ ਸ਼ਰਮ ਹੀ ਨਹੀਂ ਆਉਂਦੀ ਯਾਰ। ਮਤਲਬ ਜੇ ਧਰਮ ਨੂੰ ਇਹ ਕਿਸੇ ਵੀ ਤਰ੍ਹਾਂ ਯੂਜ਼ ਕਰ ਸਕਦੇ ਆ। ਸਤਿ ਸ਼੍ਰੀ ਅਕਾਲ ਜੀ, ਲੋਕ ਆਵਾਜ਼ TV ਦੇਖ ਰਹੇ ਹੋ। ਮੈਂ ਮਨਿੰਦਰਜੀਤ ਸਿੱਧੂ। ਇਸ ਵਕਤ ਅਸੀਂ ਬਠਿੰਡਾ ਵਿਖੇ ਖੜੇ ਹਾਂ, ਜਿੱਥੇ ਬੀਤੇ ਦਿਨ ਜਦ ਦੀਪ ਸਿੱਧੂ ਦੇ ਸ਼ਰਧਾਂਜਲੀ ਸਮਾਗਮ ਹੋਇਆ, ਬਾਜ਼ਾਰ ਦੇ ਵਿੱਚ ਮਾਰਚ ਕੱਢਿਆ ਗਿਆ, ਤਾਂ ਉੱਥੇ ਖਾਲਿਸਤਾਨ ਦੇ ਨਾਅਰੇ ਲਗਾਏ ਗਏ, ਜਿਸ ਤੇ ਕੁਝ ਹਿੰਦੂ ਜਥੇਬੰਦੀਆਂ ਨੂੰ ਇਤਰਾਜ਼ ਹੋਇਆ। ਉੱਥੇ ਹਿੰਦੂ ਮਹਾਗਠਬੰਧਨ ਦੇ ਆਗੂ ਐਡਵੋਕੇਟ ਸੰਦੀਪ ਪਾਠਕ ਨੇ ਵੀ ਇਤਰਾਜ਼ ਜਤਾਇਆ ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆਂ ਤੇ। ਕਿਉਂ ਉਹਨਾਂ ਨੂੰ ਇਤਰਾਜ਼ ਹੈ, ਕੀ ਗੱਲ ਹੈ, ਸਾਰਾ ਮਸਲਾ ਗੱਲਬਾਤ ਕਰਦੇ ਹਾਂ। ਸਾਡੇ ਨਾਲ ਐਡਵੋਕੇਟ ਸੰਦੀਪ ਪਾਠਕ ਨੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਮਨਿੰਦਰ ਜੀ। ਪਹਿਲਾਂ ਤਾਂ ਮੈਂ ਤੁਹਾਡੀ ਟੀਮ ਦਾ ਤੇ ਤੁਹਾਡੇ ਸਰੋਤਿਆਂ ਦਾ, ਲੋਕ ਆਵਾਜ਼ ਚੈਨਲ ਦੇ ਸਰੋਤਿਆਂ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਸੀਂ ਸਾਨੂੰ ਮੌਕਾ ਦਿੱਤਾ ਜਾਪਦਾ ਖਾਲਿਸਤਾਨ ਦੇ ਸੰਬੰਧਿਤ ਦਾ ਪੱਖ ਰੱਖਣ ਦਾ। ਹੁਣ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਖਾਲਿਸਤਾਨ ਜਿੰਦਾਬਾਦ ਜਾਂ ਮੁਰਦਾਬਾਦ, ਇਹਦੇ ਵਿੱਚ ਸੰਦੀਪ ਪਾਠਕ ਨੂੰ ਜਾਂ ਹਿੰਦੂ ਮਹਾਗਠਬੰਧਨ ਨੂੰ ਕੀ ਪ੍ਰੋਬਲਮ ਹੈ? ਤੁਸੀਂ ਇੱਕ ਚੀਜ਼ ਤੇ ਧਿਆਨ ਦਿਓ ਕਿ ਇਹ ਨਾ ਇੱਕ ਆਰਡਰ ਚੱਕੀ ਫਿਰਦੇ ਆ ਹਾਈ ਕੋਰਟ ਦਾ, ਸੁਪਰੀਮ ਕੋਰਟ ਦਾ ਵੀ ਇਹਨਾਂ ਦੇ ਕੋਲੇ ਆਰਡਰ ਹੈ ਕੋਈ, ਤੇ ਉਹਦੇ ਵਿੱਚ ਇਹ ਕਹਿੰਦੇ ਆ ਵੀ ਸਾਨੂੰ, ਤੁਸੀਂ ਕੋਈ ਵੀ ਇਨਸਾਨ ਕੋਰਟ ਦੇ ਵਿੱਚ ਜਾਓ, ਕੋਰਟ ਦੇ ਵਿੱਚ ਜਾ ਕੇ ਜਦੋਂ ਤੁਸੀਂ ਮੰਗ ਕਰੋਗੇ ਕਿ ਜੀ ਮੈਂ ਫਲਾਣੇ ਧਰਮ ਦੇ, ਤੁਹਾਨੂੰ ਜਿਹੜਾ ਹਿੰਦੁਸਤਾਨ ਦਾ ਸੰਵਿਧਾਨ ਹੈ ਉਹ ਤੁਹਾਨੂੰ ਅਧਿਕਾਰ ਦਿੰਦਾ। ਤੁਸੀਂ ਭਾਵੇਂ ਤੁਸੀਂ ਪ੍ਰਾਈਮ ਮਿਨਿਸਟਰ ਦੀ ਚੇਅਰ ਮੰਗੀ ਚੱਲੋ, ਮੈਂ ਚਾਹੁੰਦਾ ਜੀ ਮੈਨੂੰ ਪ੍ਰਾਈਮ ਮਿਨਿਸਟਰ ਬਣਾਓ, ਮੈਂ ਚਾਹੁੰਦਾ ਜੀ ਮੈਂ ਫਲਾਨਾ ਮੁਲਕ ਬਣਾਉਣਾ ਚਾਹੁੰਦਾ ਜੀ। ਲੋਕ ਬਣਾਉਂਦੇ ਆ ਜਾ ਕੇ, ਕਈ ਤੁਸੀਂ ਦੇਖੋ ਛੋਟੇ ਛੋਟੇ ਟਾਪੂਆਂ ਦੇ ਵਿੱਚ ਮੁਲਕ ਬਣੇ ਆ। ਤਾਂ ਇਹ ਜਿਹੜਾ ਇਹ ਸ਼ਰਾਰਤੀ ਬੰਦੇ ਆ, ਜਿਹੜਾ ਯੂਥ ਸੀ ਉਹਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਇਹਦੇ ਸੰਬੰਧਿਤ ਅਸੀਂ ਇੱਕ ਦਰਖਾਸਤ ਵੀ ਦਿੱਤੀ ਆ ਮਾਨਯੋਗ SSP ਸਾਹਿਬ ਬਠਿੰਡਾ ਨੂੰ, ਜਿਹਦੇ ਵਿੱਚ ਅਸੀਂ ਮੰਗ ਕੀਤੀ ਹੈ ਕਿ ਜਿਹੜਾ ਇਹ ਬਠਿੰਡੇ ਅਜੀਤ ਰੋਡ ਦੇ ਉੱਤੇ ਹੋਇਆ, ਤੁਸੀਂ ਇੱਕ ਚੀਜ਼ ਦੇਖੋ, ਉਹਨਾਂ ਨੇ ਕਿਹਾ ਵੀ ਪ੍ਰੋਗਰਾਮ ਕਰਾਂਗੇ ਕੱਲ੍ਹ ਨੂੰ ਜਾਂ ਪਰਸੋਂ। ਉੱਥੇ 400-500 ਖਾਲਿਸਤਾਨ ਦੇ ਸੰਬੰਧਿਤ ਝੰਡਾ ਸੀਗਾ। ਦੇਖੋ ਜੇ ਉਹ ਕੇਸਰੀ ਝੰਡਾ ਸੀ, ਕੇਸਰੀ ਝੰਡਾ ਤਾਂ ਸਾਨੂੰ ਵੀ ਚੁਕਵਾ ਲਓ ਜੀ, ਕਿਉਂਕਿ ਹਿੰਦੂ ਤੇ ਸਿੱਖ, ਮੈਨੂੰ ਲੱਗਦਾ ਵੀ ਸਾਰੇ ਤੁਸੀਂ ਆਪਣੇ ਹਿੰਦੁਸਤਾਨ ਦੇ ਵਿੱਚ ਕਿਤੇ ਵੀ ਘੁੰਮ ਲਓ, ਪੰਜਾਬ ਦੇ ਵਿੱਚ ਆ ਕੇ ਤੁਹਾਨੂੰ ਇੱਕ ਰਿਸ਼ਤਾ ਹਿੰਦੂ ਸਿੱਖ ਦਾ ਇਹੋ ਜਿਹਾ ਮਿਲੂਗਾ, ਜਿੱਥੇ ਜੇ ਆਪਣੇ ਪਿੰਡਾਂ ਵਿੱਚ ਵੀ ਜਾਓ, ਜੇ ਹਿੰਦੂਆਂ ਦਾ ਕੋਈ ਪ੍ਰੋਗਰਾਮ ਹੈ ਸਿੱਖ ਐਂ ਭੱਜੇ ਫਿਰਦੇ ਆ, ਜੇ ਸਿੱਖਾਂ ਦਾ ਪ੍ਰੋਗਰਾਮ ਹੈ ਤਾਂ ਖੁਸ਼ੀ ਹਿੰਦੂ ਭੱਜੇ ਫਿਰਦੇ ਆ। ਅਸੀਂ ਇੱਕ ਦੂਸਰੇ ਦੇ ਕੰਮਾਂ ਵਿੱਚ ਕਿੰਨਾ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਾਂ, ਮੈਨੂੰ ਲੱਗਦਾ ਇਹਦੇ ਵਿੱਚ ਕੋਈ ਉਹੀ ਨਹੀਂ। ਜੇ ਤੁਸੀਂ ਗੱਲ ਕਰੋਗੇ ਕੇਸਰੀ ਝੰਡੇ ਦੀ, ਹੱਕ ਹੈ ਤੁਹਾਡਾ ਯਾਰ, ਠੀਕ ਹੈ,
ਸਾਨੂੰ ਵੀ ਉਹਦੇ ਨਾਲ ਪਿਆਰ ਹੈ। ਕੇਸਰੀ ਝੰਡੇ ਦਾ ਜਾਂ ਭਗਵੇ ਝੰਡੇ ਦਾ ਤਾਂ ਇੱਥੇ ਕੋਈ ਰੌਲਾ ਹੀ ਨਹੀਂ ਹੈਗਾ। ਇੱਥੇ ਰੌਲਾ ਹੈਗਾ ਜਿਹੜਾ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲੱਗੇ, ਜਿਹੜਾ ਦੇਸ਼ ਨੂੰ ਤੋੜਨ ਵਾਲੀਆਂ, ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਖਿਲਾਫ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਮੁਲਕ ਨੂੰ ਵੰਡਣ ਵਾਲੀ ਜਿਹੜੀ ਮੰਗ ਕੀਤੀ ਗਈ, ਉੱਥੇ ਨਾਅਰੇ ਲਾਏ ਗਏ, ਇਹ ਸਾਡੀ ਮਜਬੂਰੀ ਹੈ, ਖਾਲਿਸਤਾਨ ਜ਼ਰੂਰੀ ਹੈ। ਸ਼ਰਮ ਨਹੀਂ ਆਉਂਦੀ ਯਾਰ ਤੁਹਾਨੂੰ ਇਹ ਗੱਲਾਂ ਕਹਿੰਦਿਆਂ ਨੂੰ? ਕੀ ਤੁਹਾਡੀਆਂ ਇਹੋ ਜਿਹੀਆਂ ਮਜਬੂਰੀਆਂ ਹੋ ਗਈਆਂ? ਮਜਬੂਰੀ ਹਿੰਦੂਆਂ ਦੀਆਂ ਤਾਂ ਇੱਥੇ ਹੈਗੀਆਂ, ਜਿਹੜਾ ਮੈਂ ਕਾਫੀ ਸਮੇਂ ਤੋਂ ਕਰਦਾ ਆ ਰਿਹਾ। ਤੁਸੀਂ ਪਤਾ ਕਰ ਲਓ ਪਿਛਲੇ 5 ਸਾਲਾਂ ਦੇ ਵਿੱਚ ਕੀ ਕੁਛ ਹੋਇਆ। ਮੈਨੂੰ ਇੱਕ ਸਿੰਗਲ ਦਰਖਾਸਤ ਲਿਆ ਦਿਓ ਜੀ ਹਿੰਦੂਆਂ ਨੇ ਜਿਹਦੇ ਵਿੱਚ ਮਤਲਬ ਕੰਪਲੇਂਟ ਦਿੱਤੀ ਹੋਵੇ ਤੇ ਪਰਚਾ ਹੋ ਗਿਆ ਹੋਵੇ। ਮਤਲਬ ਇਹ ਮੈਂ ਕਹਿ ਗਿਆ, ਤੁਸੀਂ ਇੱਥੇ ਸਮਝਣ ਦੀ ਕੋਸ਼ਿਸ਼ ਕਰੋ ਵੀ 1% ਦਰਖਾਸਤਾਂ ਵੀ ਨਹੀਂ ਤੁਹਾਨੂੰ ਮਿਲਣਗੀਆਂ ਜਿਹਦੇ ਤੇ ਮਤਲਬ ਕਾਰਵਾਈ ਹੋਈ ਹੈ। ਸਿੱਖ ਵੀਰ ਜਿਹੜੇ ਆ, ਸਿੱਖ ਧਰਮ ਦੇ ਸੰਬੰਧਿਤ ਜਿਹੜਾ ਵੀ ਕੋਈ ਬੰਦਾ ਇੱਕ ਦਰਖਾਸਤ ਦੇ ਨਾਲ ਦੀ ਨਾਲ ਪਰਚਾ। ਮਤਲਬ ਉਹ ਮੈਨੂੰ ਉਦਾਹਰਨਾਂ ਦੇਣ ਦੀ ਇੱਥੇ ਲੋੜ ਨਹੀਂ ਵੀ ਸਿੱਖਾਂ ਦੀ ਕਿੰਨੀ ਕੁ ਸੁਣਵਾਈ ਹੈ। ਇਹਨਾਂ ਨੂੰ ਹਜੇ ਵੀ ਅੱਡ ਮੁਲਕ ਚਾਹੀਦਾ ਯਾਰ। ਔਰ ਇੱਥੇ ਜਿਹੜੀ ਮੈਂ ਗੱਲ ਕਹਿ ਰਿਹਾ, ਨੋਟ ਇਹ ਸਿੱਖ ਜਿਹੜੇ ਸਾਡਾ ਸਿੱਖ ਸਮਾਜ ਹੈ, ਇਹ ਸਿੱਖਾਂ ਨੂੰ ਇੱਥੇ ਵਰਤ ਰਹੇ ਆ। ਸਿੱਖਾਂ ਦਾ ਇਸ ਚੀਜ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਕਿਉਂਕਿ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਹੈ ਵੀ ਹਿੰਦੂ ਸਿੱਖ ਭਾਈਚਾਰਾ ਜਿਹੜਾ, ਜਾਂ ਹਿੰਦੂ ਸਿੱਖ ਜਿਹੜੇ ਪ੍ਰੇਮ ਨਾਲ ਇੱਥੇ ਰਹਿ ਰਹੇ ਆ, ਇਹ ਗੱਲ ਕਿਸੇ ਤੋਂ ਕੋਈ ਲੁਕੀ ਨਹੀਂ ਹੈਗੀ। ਜਿਹੜੇ ਕੁਛ ਕੁ ਬੰਦੇ ਹੁੰਦੇ ਆ ਸ਼ਰਾਰਤੀ ਕਿਸਮ ਦੇ, ਤੁਸੀਂ ਦੇਖੋ ਉਹਦੇ ਵਿੱਚ ਜਿਵੇਂ ਮੈਂ ਪਹਿਲਾਂ ਵਾਲੀ ਇੰਟਰਵਿਊ ਦੇ ਵਿੱਚ ਗੱਲ ਬੋਲੀ ਕਿ ਅਸੀਂ ਐਸਐਸਪੀ ਸਾਹਿਬ ਤੋਂ ਮੰਗ ਕੀਤੀ ਹੈ ਵੀ ਐਸਐਸਪੀ ਸਾਹਿਬ ਜਿਹੜੇ ਸ਼ਰਾਰਤੀ ਬੰਦੇ ਆ ਇਹਨਾਂ ਦੇ ਖਿਲਾਫ ਕਾਨੂੰਨਨ ਕਾਰਵਾਈ ਕਰਕੇ ਇਹਨਾਂ ਨੂੰ ਐਸੀ ਸਖਤ ਸਜ਼ਾ ਦਿੱਤੀ ਜਾਵੇ ਵੀ 4-5 ਸਾਲ ਕੋਈ ਝਾਕੇ ਨਾ। ਤੇ ਮੈਂ ਇੱਥੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਿਹੜੇ ਵੀ ਫ੍ਰੀ ਐਜੂਕੇਸ਼ਨ ਦੀ ਸੇਵਾ ਕਰ ਰਹੇ ਆ, ਛੋਟੇ ਛੋਟੇ ਬੱਚਿਆਂ ਨੂੰ ਜਾ ਕੇ ਪੜ੍ਹਾਉਂਦੇ ਆ, ਹੋਰ ਹੈ ਜਿਹੜੀਆਂ ਪੰਜਾਬ ਦੇ ਵਿੱਚ ਆਪਣੇ ਪੰਜਾਬੀ ਕਲਚਰ ਦੇ ਵਿੱਚ ਜਿਹੜੀਆਂ 20-50 ਕੋਈ 100 ਗੱਲਾਂ ਨੇ, ਕਹਾਵਤਾਂ ਨੇ ਜਿਹੜੀਆਂ ਆਪਾਂ ਆਮ ਕਹਿੰਦੇ ਆ, ਇਹਨੂੰ ਘੱਟੋ ਘੱਟ ਉਹ ਜਾ ਕੇ ਕੋਈ ਸਿਖਾਓ ਯਾਰ ਕਿ ਕਾਂ ਮਾਰ ਕੇ ਟੰਗਣਾ ਜਿਹੜਾ ਸ਼ਬਦ ਹੈ ਇਹਦਾ ਮਤਲਬ ਕੀ ਹੁੰਦਾ। ਐਡੀ ਗੰਦੀ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਹੈ ਧਰਮ ਦੇ ਨਾਮ ਤੇ। ਇਹਨੇ ਇੰਨੀ ਘਟੀਆ ਗੱਲ ਕੀਤੀ ਹੈ ਕਿ ਇਹਨੇ ਸਿੱਖਾਂ ਨੂੰ ਕਿਹਾ ਜੀ, ਯਾਰ ਇਹਨਾਂ ਬੰਦੇ ਨੂੰ ਸ਼ਰਮ ਹੀ ਨਹੀਂ ਆਉਂਦੀ ਯਾਰ। ਮਤਲਬ ਜੇ ਧਰਮ ਨੂੰ ਇਹ ਕਿਸੇ ਵੀ ਤਰ੍ਹਾਂ ਯੂਜ਼ ਕਰ ਸਕਦੇ ਆ। ਤੁਸੀਂ ਦੱਸੋ, ਤੁਸੀਂ ਵੀ ਉਹ ਇੰਟਰਵਿਊ ਤੁਹਾਨੂੰ ਵੀ ਮੈਂ ਸੁਣਾਈ ਹੈ ਜਿਹਦੇ ਵਿੱਚ ਮੈਂ ਕਿਹਾ ਵੀ ਅਸੀਂ ਐਸਐਸਪੀ ਸਾਹਿਬ ਤੋਂ ਮੰਗ ਕੀਤੀ ਹੈ ਕਿ ਜਿਹੜੇ ਸ਼ਰਾਰਤੀ ਅਨਸਰ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇੱਕ ਐਸੀ ਉਦਾਹਰਣ ਸੈੱਟ ਕੀਤੀ ਜਾਵੇ, ਇੱਕ ਅੱਧਾ ਕਾਂ ਮਾਰ ਕੇ ਟੰਗ ਦਿਓ, ਠੀਕ ਹੈ, ਜਿਹਦੇ ਨਾਲ ਬਾਕੀ ਨੂੰ ਸਮਝ ਆਵੇ। ਹੁਣ ਮੈਂ ਤਾਂ ਕਹਿੰਦਾ ਤੁਸੀਂ ਦੱਸ ਦਿਓ ਵੀ ਕਾਂ ਮਾਰ ਕੇ ਟੰਗਣਾ ਉਦਾਹਰਣ ਸਾਡੇ ਪੰਜਾਬ ਵਿੱਚ ਜਾਂ ਹਿੰਦੁਸਤਾਨ ਵਿੱਚ ਕੀ ਹੈ, ਇਹਦਾ ਮਤਲਬ ਕੀ ਹੈ। ਉਸ ਘਟੀਆ ਇਨਸਾਨ ਨੇ ਮਤਲਬ ਮੈਂ ਦੇਖੋ, ਮੈਂ ਨਹੀਂ ਚਾਹੁੰਦਾ ਕਿਸੇ ਵੀ ਬੰਦੇ ਬਾਰੇ ਅਸੀਂ ਗਲਤ ਸ਼ਬਦਾਂ ਮੇਰੀ ਇੱਥੇ ਭਾਵਨਾ ਕਿਉਂ ਆਹਤ ਹੋਈ ਹੈ ਯਾਰ, ਇਹਨੂੰ ਸਿੱਖਾਂ ਦੇ ਨਾਲ ਗੱਲ ਨੂੰ ਜੋੜਤਾ ਯਾਰ ਤੂੰ। ਜੇ ਤਾਂ ਇੱਥੋਂ ਸੰਦੀਪ ਪਾਠਕ ਨਾਲ ਨਹੀਂ ਨਿਬੜਿਆ ਜਾਂਦਾ ਕਿਸੇ ਵੀ ਹਿਸਾਬ ਦੇ ਨਾਲ, ਤੂੰ ਮਤਲਬ ਸਿੱਖੀ ਦੇ ਨਾਲ ਗੱਲ ਜੋੜਤੀ ਵੀ ਸਿੱਖਾਂ ਨੂੰ ਕਹੀ ਹੈ। ਦੇਖੋ ਅਸੀਂ ਲੜਾਈ ਲੜਦੇ ਹਾਂ ਨਾ ਜੀ, ਸਾਡੀ 100 ਬੰਦੇ ਨਾਲ ਕੋਈ ਦੁਸ਼ਮਣੀ ਵੀ ਹੁੰਦੀ ਹੈ, ਸਾਡਾ 100 ਵਿਵਾਦ ਹੋ ਜਾਂਦਾ ਹੈ ਨਾ। ਇਹ ਗ੍ਰਸਤ ਲਾਈਫ ਹੈ ਜੀ, ਮਤਲਬ ਕਲਯੁਗ ਹੈ। ਆਪਾਂ ਜਦੋਂ ਵਿਚਰਦੇ ਹਾਂ ਆਪਣੇ ਤੋਂ ਬਹੁਤ ਗਲਤੀਆਂ ਹੁੰਦੀਆਂ, ਬਹੁਤ ਆਪਣੇ ਮੈਨੂੰ ਲੱਗਦਾ ਲੜਾਈਆਂ ਝਗੜੇ ਤੁਹਾਡੇ ਵੀ ਰਹੇ ਹੋਣਗੇ, ਮੇਰੇ। ਪਰ ਮੈਂ ਕਹਿੰਦਾ ਜੇ ਤੁਹਾਡੇ ਤੋਂ ਕੋਈ ਬੰਦਾ ਲੋਟ ਨਹੀਂ ਆ ਰਿਹਾ, ਤੁਸੀਂ ਉਹਨੂੰ ਕਾਨੂੰਨੀ ਪਚੜੇ 'ਚ ਫਸਾਉਣ ਦੇ ਲਈ ਧਰਮ ਦੀ ਆੜ ਲੈ ਲਈ ਯਾਰ। ਇਹਨੇ ਇਹੋ ਜਿਹੇ ਬੰਦੇ ਸਿੱਖੀ ਦਾ ਝੰਡਾ ਚੱਕੀ ਫਿਰਦੇ ਆ, ਇਹ ਸਿੱਖੀ ਨੂੰ ਪ੍ਰਮੋਟ ਕਰਨਗੇ। ਇੱਥੇ ਇੱਕ ਸਵਾਲ ਵੀ ਹੈ, ਜੇ ਖਾਲਿਸਤਾਨ ਤੁਸੀਂ ਕਹਿੰਦੇ ਹੋ, ਹਾਈ ਕੋਰਟ ਨੇ ਕਿਹਾ ਜੇ ਕਿਹਾ, ਜੇ ਅਧਿਕਾਰ ਦਿੱਤਾ, ਜੇ ਫਰੀडम ਆਫ ਸਪੀਚ ਦਾ ਅਧਿਕਾਰ ਹੈ ਤਾਂ ਮੰਗ ਲੈਣ। ਨਹੀਂ, ਤੁਸੀਂ ਇੱਥੇ ਫੇਰ ਗਲਤ ਗੱਲ ਕਹਿ ਰਹੇ ਹੋ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਹਿੰਦੁਸਤਾਨ ਦੇ ਸੰਵਿਧਾਨ ਵਿੱਚ ਕਿਹੜੀ ਚੀਜ਼ ਦੇ ਲਈ ਛੋਟ ਨਹੀਂ ਦਿੱਤੀ ਗਈ? ਉਹ ਤਾਂ ਕਹਿੰਦੇ ਆ ਤੁਸੀਂ ਜੇ ਨਹੀਂ ਇੱਕ ਹਿੰਦੂ ਰਾਸ਼ਟਰ ਦੀ ਗੱਲ ਕਰ ਸਕਦੇ ਆ, ਐਸੇ ਗੱਲ ਸਮਝਣੀ ਪਊਗੀ। ਅੱਛਾ ਚਲੋ ਆਏ ਦੱਸੋ ਕਿੱਥੇ ਹਿੰਦੂਆਂ ਨੇ ਪੁੱਠੇ ਸਿੱਧੇ ਨਾਰੇ ਲਾਏ ਆ, ਕਿੱਥੇ ਕੀ ਕੀਤਾ ਦਿਖਾਓ ਮੈਨੂੰ। ਜਗ੍ਹਾ ਲਾਇਆ, ਯੂਪੀ 'ਚ ਲੱਗਦੇ ਆ, ਦਿਖਾਓ ਕੀ ਕਹਿੰਦੇ ਆ। ਹਰ ਜਗ੍ਹਾ ਲੱਗਦੇ ਆ। ਹਾਂ ਮੈਂ ਕਹਿੰਦਾ ਇਹ ਆਪ ਦਾ ਕੀਰਤਨ ਕਰਨ। ਮੈਂ ਨਾ ਇੱਕ ਲਾਈਵ ਪਾਇਆ ਸੀਗਾ ਇਸ ਘਟਨਾ ਤੋਂ ਬਾਅਦ, ਜਦੋਂ ਅਸੀਂ ਐਸਐਸਪੀ ਸਾਹਿਬ ਨੂੰ ਦਰਖਾਸਤ ਦੇ ਕੇ, ਉਹਦੇ ਵਿੱਚ ਮੈਂ ਇੱਕ ਗੱਲ ਦੀ ਮੰਗ ਕੀਤੀ ਸੀ ਵੀ ਯਾਰ ਸਾਰੀਆਂ ਗੱਲਾਂ ਛੱਡ ਕੇ ਜਿਹੜੇ ਤੁਸੀਂ ਫਾਲਤੂ ਦੇ ਚੱਕਰਾਂ ਵਿੱਚ ਪਏ ਹੋ, ਤੁਸੀਂ ਬਾਣੀ ਦਾ ਪ੍ਰਚਾਰ ਸ਼ੁਰੂ ਕਰੋ। ਸਾਡੇ ਗੁਰੂ ਮਹਾਰਾਜ ਨੇ ਵੀ ਸਾਨੂੰ ਬਾਣੀ ਤੇ ਸਭ ਤੋਂ ਵੱਧ ਜ਼ੋਰ ਦੇਣ ਨੂੰ ਕਿਹਾ ਸੀ, ਹਨਾ। ਉਹਨਾਂ ਨੇ ਵੀ ਕਿਹਾ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਉਹਨਾਂ ਨੇ ਕਿਹਾ ਸੀਗਾ ਕਿ ਨਹੀਂ? ਤੁਹਾਨੂੰ ਕੀ ਲੱਗਦਾ ਉਹਨਾਂ ਦਾ ਕਹਿਣ ਦਾ ਕੀ ਮਤਲਬ ਹੈ? ਉਹਨਾਂ ਨੇ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਬਾਣੀ ਹੈ, ਇਹਦਾ ਬਾਣੀ ਨੂੰ ਪੜ੍ਹੋ ਤੇ ਇਹਨੂੰ ਪੜ੍ਹਾਓ, ਇਹਦਾ ਪ੍ਰਚਾਰ ਕਰੋ। ਮੈਨੂੰ ਲੱਗਦਾ ਜੇ ਬਾਣੀ ਦਾ ਪ੍ਰਚਾਰ ਇਹ ਕਰ ਦੇਣ
ਜੇ ਬਾਣੀ ਤੇ ਸਾਰਾ ਜ਼ੋਰ ਦੇ ਲੈਣ, ਇਹਨਾਂ ਨੂੰ ਆਹ ਕੁਛ ਤਾਂ ਕਰਨ ਦੀ ਲੋੜ ਹੀ ਨਹੀਂ ਜਿਹੜੇ ਇਹ ਡਰਾਮੇ ਕਰਦੇ ਫਿਰਦੇ ਆ। ਪਰ ਬਾਣੀ ਦਾ ਪ੍ਰਚਾਰ ਜੇ ਕਰਨਗੇ, ਲੋਕਾਂ ਦੇ ਮਨ ਨੂੰ ਸ਼ਾਂਤੀ ਹੋਊਗਾ, ਹਰੇਕ ਬੰਦਾ ਰੱਬ ਦੇ ਨਾਲ ਜੁੜ ਜੂ, ਗੁਰੂ ਘਰ ਦੇ ਨਾਲ ਜੁੜ ਜੂ, ਫਿਰ ਇਹਨਾਂ ਦੇ ਧੰਦੇ ਬੰਦ ਹੋ ਜਾਣਗੇ। ਇਹ ਬਹੁਤ ਦੇਖੋ, ਇਹਨੇ ਉੱਥੇ ਵੀ ਬੋਲਿਆ ਵੀ ਹਿੰਦੂ ਸੰਗਠਨ ਸ਼ਿਵ ਸੈਨਾਵਾਂ ਜੀ ਫਲਾਨਾ ਢਮਕਾਨਾ। ਤੁਸੀਂ ਨੋਟ ਕਰਕੇ ਦੇਖ ਲਿਓ, ਜਿੰਨੇ ਇਹ ਜਥੇਬੰਦੀਆਂ ਗੰਦ ਪਾਉਂਦੀਆਂ ਫਿਰਦੀਆਂ, ਪੈਸੇ ਇਕੱਠੇ ਕਰਦੀਆਂ ਫਿਰਦੀਆਂ, ਤੁਸੀਂ ਕਿਸੇ ਸ਼ਿਵ ਸੈਨਾ ਵਾਲੇ ਨੂੰ ਦਿਖਾ ਦਿਓ ਮੈਨੂੰ ਬਾਹਰੋਂ ਫੰਡਿੰਗ ਹੁੰਦੀ, ਤੇ ਤੁਹਾਨੂੰ ਇਹਨਾਂ ਨੂੰ ਦਿਖਾ ਦਿੰਦੇ ਅਸੀਂ ਬਾਹਰੋਂ ਫੰਡਿੰਗਾਂ ਹੁੰਦੀਆਂ। ਕਿੰਨੇ ਦੇਖੋ, ਸਿੱਖ ਫॉर ਜਸਟਿਸ ਹੈ, ਠੀਕ ਹੈ, ਜਾਂ ਹੋਰ ਵੀ ਕਿੰਨੇ ਸੰਗਠਨ ਹੈ, ਨਹੀਂ ਬਾਹਰੋਂ ਫੰਡਿੰਗਾਂ ਦੇ ਇਹਨਾਂ ਦੇ ਕੇਸ ਫੜੇ ਗਏ। ਇਲਜ਼ਾਮ ਤੁਸੀਂ ਇਹ ਵੀ ਇੱਕ ਇਲਜ਼ਾਮ ਲੱਗਦਾ ਨਾ ਕਿ ਸ਼ਿਵ ਸੈਨਾ ਵਾਲੇ ਹੋ ਗਏ, ਤੁਹਾਡੇ ਵਰਗੇ ਬੰਦੇ ਹੋ ਗਏ, ਗਨਮੈਨ ਲੈਣ ਲਈ, ਸਿਕਿਉਰਟੀਆਂ ਲੈਣ ਲਈ, ਟੌਰ ਟੱਪੇ ਲਈ, ਇਹ ਸਭ ਕੁਝ ਬਿਆਨ ਦਿੰਦੇ ਰਹਿੰਦੇ ਹੋ ਪੁੱਠੇ ਸਿੱਧੇ। ਅੱਛਾ ਚਲੋ ਤੁਸੀਂ ਮੈਨੂੰ ਇਹ ਗੱਲ ਦੱਸੋ, ਸਿਕਿਉਰਿਟੀ ਦੀ ਲੋੜ ਸ਼ਰੀਫ ਬੰਦੇ ਨੂੰ ਪੈਂਦੀ ਹੈ ਕਿ ਬਦਮਾਸ਼ ਨੂੰ? ਸਿਕਿਉਰਿਟੀ ਦੀ ਲੋੜ ਤਾਂ ਇਹ ਹੈ ਕਿ ਬਿਆਨ ਦਿਓ, ਫਿਰ ਸਿਕਿਉਰਿਟੀ ਆਊਗੀ, ਫਿਰ ਟਾਈਮ ਲੱਗੂਗਾ ਵੀ ਗਨਮੈਨ। ਅੱਛਾ ਤੁਸੀਂ ਆਪਦੀ ਫੈਮਿਲੀ ਨਾਲ ਜਾਣਾ, ਪਰਿਵਾਰ ਨਾਲ ਜਾਣਾ, ਤੇ ਤੁਹਾਨੂੰ ਬਹੁਤ ਵਧੀਆ ਲੱਗੂ 4-4 5-5 ਬੰਦੇ ਨਾਲ ਚੱਕ ਕੇ ਤੁਰੋ, 10-10 ਬੰਦੇ ਨਾਲ ਲੈ ਕੇ ਚਲੋ। ਸਾਨੂੰ ਪਤਾ ਹੈ ਵੀ ਇਹ ਸਾਡੇ ਟੈਕਸ ਦਾ ਪੈਸਾ ਹੈ। ਜੇ ਕਿਸੇ ਨੂੰ ਕੋਈ 5 ਬੰਦੇ ਮਿਲੇ, 10 ਬੰਦੇ ਮਿਲੇ, 20 ਬਹੁਤ ਬੰਦਿਆਂ ਨੂੰ ਮਿਲੇ ਹੋਏ ਆ। ਸਰਕਾਰ ਤੇ ਬੋਝ ਹੈ, ਉਹ ਸਾਡੇ ਤੇ ਬੋਝ ਹੈ, ਠੀਕ ਹੈ। ਹਿੰਦੂਆਂ ਤੋਂ ਬਿਨਾ ਹੋਰ ਕਿਸੇ ਜਥੇਬੰਦੀਆਂ ਨੂੰ ਨਹੀਂ ਮਿਲੇ ਵੇ ਗਨਮੈਨ। ਹਿੰਦੂ ਲੀਡਰਾਂ ਤੋਂ ਬਿਨਾ ਕੀ ਜਿਹੜੇ ਸਿੱਖ ਲੀਡਰ ਹੈ, ਜਥੇਦਾਰ, ਸਾਡੇ ਜਥੇਦਾਰ ਸਾਹਿਬਾਨ ਨੇ, ਜਾਂ ਜਿਹੜੇ ਸਾਡੇ ਮੁਸਲਿਮ ਜਿਹੜੇ ਉਹ ਨੇ, ਮੁਸਲਿਮ ਸੰਪਰਦਾਇ ਦੇ ਲੋਕ ਨੇ, ਨਹੀਂ ਉਹਨਾਂ ਨੂੰ ਸਿਕਿਉਰਿਟੀ ਮਿਲੀਆਂ ਜੀ। ਇਹ ਹਿੰਦੂਆਂ ਦੇ ਉੱਤੇ ਕਿਉਂ ਗੱਲ ਆ ਜਾਂਦੀ ਹੈ ਯਾਰ ਹਰ ਵਾਰ? ਇਹਨਾਂ ਨੂੰ ਹਿੰਦੂਆਂ ਦੀ ਸਿਕਿਉਰਿਟੀ ਇੰਨੀ ਕੀ ਚੁੱਭਦੀ? ਇਹਨਾਂ ਨੂੰ ਹਿੰਦੂਆਂ ਦੀ ਸਿਕਿਉਰਿਟੀ ਨਹੀਂ ਚੁੱਭਦੀ, ਇਹਨਾਂ ਨੂੰ ਹਿੰਦੂ ਚੁੱਭਦੇ ਆ। ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣਾ ਚਾਹੁੰਦਾ, ਇਹਨਾਂ ਨੂੰ ਕਿਉਂ ਫੋਨ ਦੇ ਉੱਤੇ ਇਹ ਜ਼ਰੂਰ ਜ਼ੂਮ ਕਰਨਗੇ। ਹੁਣ ਤੁਸੀਂ ਦੱਸਿਓ ਵੀ ਇਹ ਬੰਦਾ ਕਿਸ ਮਾਨਸਿਕਤਾ ਦਾ ਹੈ, ਤੁਹਾਨੂੰ ਯਾਦ ਹੋਊਗਾ। ਇਹ ਆਹ ਦਿਖਾਇਓ ਜੀ ਇਹਨਾਂ ਦਾ। ਕਸ਼ਮੀਰ ਅੰਦਰ ਧਾਰਾ 370 ਤੋੜ, ਬਾਬਰੀ ਮਸਜਿਦ, ਰਾਮ ਮੰਦਿਰ, ਆਹ ਪੜ੍ਹ ਲਓ ਜੀ। ਸਿੱਖ ਰਾਜਨੀਤੀ ਦੇ ਹਾਂਜੀ। ਇਹ ਜਿੱਦਣ ਦਾ ਰਾਮ ਮੰਦਿਰ ਸਾਡਾ ਬਣ ਲੱਗਿਆ ਯਾਰ, ਇਹਨਾਂ ਨੂੰ ਕੀ ਐਸੀ ਘਬਰਾਹਟ ਹੋ ਗਈ? ਰਾਮ ਮੰਦਿਰ ਤੋਂ ਵੀ ਆਹ ਤਾਂ ਤੁਹਾਡੇ ਸਾਹਮਣੇ ਹੈ, ਰਾਮਪੁਰੇ ਦੇ ਵਿੱਚ ਕੀਤਾ ਗਿਆ ਸੀ, ਇਹ ਤੁਸੀਂ ਪਤਾ ਕਰ ਸਕਦੇ ਹੋ। ਰਾਮਪੁਰੇ ਦੇ ਵਿੱਚ ਸਾਡੇ ਇੱਕ ਦਿਨੇਸ਼ ਜੀ ਹੈ, ਠੀਕ ਹੈ, ਮੇਨ ਬਾਜ਼ਾਰ ਦੇ ਵਿੱਚ ਉਹਨਾਂ ਦੀ ਦੁਕਾਨ ਹੈ, ਤੁਸੀਂ ਜਾ ਕੇ ਪਤਾ ਕਰ ਲਿਓ। ਸਾਡੇ ਉਸੇ ਮੁੰਡੇ ਨੇ ਦੁਕਾਨ ਖੋਲੀ ਸੀ, ਕਹਿੰਦਾ ਆਜੋ ਬੰਦ ਕਰਾ ਲਓ ਜੀ, ਨਹੀਂ ਕਰਾਉਣੀ ਹੈ, ਠੀਕ ਹੈ। ਤੁਸੀਂ ਦੱਸੋ ਮੈਨੂੰ, ਰਾਮ ਮੰਦਿਰ ਦੇ ਮੁੱਦੇ ਦੇ ਉੱਤੇ ਬਾਜ਼ਾਰ ਬੰਦ ਕਰਾਉਣੇ, ਇਹ ਜਿਹੜਾ ਕੱਲ ਇੰਟਰਵਿਊ ਦੇ ਵਿੱਚ ਕਹਿੰਦਾ ਪਿਆ ਸੀਗਾ ਵੀ ਹਿੰਦੂ ਸਿੱਖਾਂ ਨੂੰ ਕੋਈ ਇੱਥੇ ਪ੍ਰੋਬਲਮ ਨਹੀਂ, ਜਿਹੜਾ ਇਹ ਹਿੰਦੂਆਂ ਦੇ ਕਦੇ ਮੰਦਿਰ ਦੇ ਉੱਤੇ ਟਿੱਪਣੀ ਕਰਦਾ ਹੈ, ਕਦੇ ਹਿੰਦੂਆਂ ਦੇ ਕਿਸੇ ਗੱਲ ਦੇ ਉੱਤੇ ਟਿੱਪਣੀ ਕਰਦਾ, ਤੁਹਾਨੂੰ ਲੱਗਦਾ ਹਿੰਦੂਆਂ ਨੂੰ ਦੇਖ ਕੇ ਖੁਸ਼ ਹੈ? ਇਹੋ ਜਿਹੇ ਬੰਦੇ ਦਾ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ। ਪੰਜਾਬ ਪੁਲਿਸ ਨੂੰ ਜਾਂ ਪੰਜਾਬ ਸਰਕਾਰ ਨੂੰ ਕੋਈ ਸ਼ੌਂਕ ਨਹੀਂ ਹੈਗਾ ਜਿਹੜੀ ਉਹਨਾਂ ਨੇ ਬੰਦਿਆਂ ਨੂੰ ਸਿਕਿਉਰਿਟੀਆਂ ਦਿੱਤੀਆਂ ਵੀਆਂ। ਬੰਦੇ ਸਾਡੇ ਮਰੇ ਆ, ਸਾਡੇ ਬੰਦੇ ਸ਼ਹੀਦ ਹੋਏ। ਹਾਂ, ਸਾਡੇ ਗਗਨੇਜੇ ਦੇ ਵੀ ਗੋਲੀਆਂ ਵੱਜੀਆਂ ਸੀ, ਜਿਵੇਂ ਕਾਇਰਾਨਾ ਹਰਕਤ ਦੇ ਨਾਲ ਇਹਨਾਂ ਦੇ ਸ਼ੇਰੇ ਵਰਗੇ ਸਾਡੇ ਬੰਦਿਆਂ ਦੇ ਫਾਇਰ ਮਾਰ ਕੇ ਭੱਜੇ ਆ। ਇਹਨਾਂ ਦਾ ਇੱਕ ਬੰਦਾ ਮੈਨੂੰ ਦੱਸ ਦਿਓ ਜਿਹਨੇ ਵੰਗਾਰ ਕੇ ਕਿਸੇ ਦੇ ਫਾਇਰ ਮਾਰਿਆ ਹੋਵੇ ਜੀ। ਉਹੀ 3rd ਕਲਾਸ ਬੰਦਿਆਂ ਵਾਲੀਆਂ ਇਹਨਾਂ ਦੀਆਂ ਹਰਕਤਾਂ, ਚੋਰੀ ਦੇ ਮੋਟਰਸਾਈਕਲਾਂ ਦੇ ਨਾਲ ਹਿੰਦੂ ਲੀਡਰਾਂ ਦੇ ਉੱਤੇ ਹਮਲੇ। ਗਗਨੇਜਾ ਯਾਦ ਹੈ ਨਾ ਤੁਹਾਨੂੰ? ਲੁਧਿਆਣੇ ਵਾਲਾ RSS ਲੀਡਰ ਯਾਦ ਹੈ ਨਾ? ਕੀ ਤੁਹਾਨੂੰ ਲੱਗਦਾ ਨਹੀਂ ਸਿਕਿਉਰਿਟੀ ਜ਼ਰੂਰੀ ਬੰਦਿਆਂ ਨੂੰ? ਜਦੋਂ ਬੰਦੇ ਮਰ ਜਾਂਦੇ ਆ ਉਦੋਂ ਦੂਸਰਿਆਂ ਦੀਆਂ ਸਿਕਿਉਰਿਟੀਆਂ ਵਧਾਉਣ ਲੱਗ ਜਾਂਦੇ। ਐਡਾ ਕੋਈ ਅਜਿਹਾ ਮਾਹੌਲ ਵੀ ਨਹੀਂ। ਪੰਜਾਬ ਅਜਿਹਾ ਸੂਬਾ ਹੈ ਹੁਣ ਤੁਸੀਂ ਜਿੱਥੇ ਕਿਸੇ ਵੀ ਧਰਮ ਨੂੰ ਕੋਈ ਖਤਰਾ ਨਹੀਂ। ਤੁਸੀਂ ਖੁਦ ਉਸ ਗੱਲ ਤੇ ਆ ਗਏ। ਮੈਨੂੰ ਇੱਕ ਗੱਲ ਦੱਸੋ, ਜੇ ਖਤਰਾ ਨਹੀਂ ਤਾਂ ਹਿੰਦੂ ਲੀਡਰਾਂ ਦੇ ਇਹਨੇ ਮਰਡਰ ਕਿਵੇਂ ਹੋ ਗਏ ਜੀ? ਸਾਡੇ ਹੀ ਤਖਤ ਦਾ ਅਮਿਤ ਸ਼ਰਮਾ ਦੁਰਗਾ ਮੰਦਿਰ ਲੁਧਿਆਣੇ, ਯਾਦ ਹੈ ਨਾ ਤੁਹਾਨੂੰ 2017 ਦੇ ਵਿੱਚ ਜਿਹੜਾ ਕਾਂਡ ਹੋਇਆ ਸੀ? ਯਾਦ ਹੈ ਕਿ ਨਹੀਂ? ਮੰਦਿਰ ਮੱਥਾ ਟੇਕਣ ਗਿਆ ਸੀਗਾ, ਮੰਦਿਰ ਦੇ ਅੱਗੇ ਦਿਨ ਦਿਹਾੜੇ ਉਹਦਾ ਮਰਡਰ ਹੋਇਆ ਸੀਗਾ। ਸਾਡੇ ਅਮਿਤ ਸ਼ਰਮੇ ਦਾ, ਸ਼੍ਰੀ ਹਿੰਦੂ ਤਖਤ ਦਾ ਲੁਧਿਆਣਾ ਜ਼ਿਲ੍ਹਾ ਪ੍ਰਚਾਰਕ ਸੀਗਾ। ਉਹਦੇ ਕੋਲ ਸਿਕਿਉਰਿਟੀ ਨਹੀਂ ਸੀ, ਉਹਨੂੰ ਥ੍ਰੈਟ ਆ ਰਹੇ ਸੀ ਰੈਗੂਲਰ, ਉਹਨੂੰ ਸਿਕਿਉਰਿਟੀ ਦਿੱਤੀ ਨਹੀਂ ਗਈ। ਵੇਟ ਕਰਦੇ ਆ ਕਦੋਂ ਕਿਸੇ ਹਿੰਦੂ ਲੀਡਰ ਦਾ ਕਤਲ ਹੋਵੇ, ਕਦੋਂ ਕਿਸੇ ਹਿੰਦੂ ਲੀਡਰ ਦਾ ਨੁਕਸਾਨ ਹੋਵੇ, ਤੇ ਫਿਰ ਬਾਕੀਆਂ ਨੂੰ ਉਹ ਬੰਦੇ ਵਧਾ ਦਈਏ ਵੀ ਇਹਨਾਂ ਦਾ ਨੁਕਸਾਨ ਨਾ ਹੋ ਜੇ। ਕਿਉਂ? ਉੱਪਰ ਰਿਪੋਰਟਾਂ ਨੈਗੇਟਿਵ ਜਾਣੀਆਂ। ਤੁਸੀਂ ਜਦੋਂ ਕਿਸੇ ਵੀ ਬੰਦੇ ਨੂੰ ਕੋਈ ਥ੍ਰੈਟ ਆਉਂਦਾ, ਇਹ ਬਹੁਤ ਹੀ ਮੈਂ ਕਹੂੰਗਾ ਇੱਥੇ ਬਹੁਤ ਵੱਡੀ ਘਾਟ ਹੈ ਸਿਸਟਮ ਦੇ ਵਿੱਚ। ਜਿਵੇਂ ਮੈਂ ਤੁਹਾਨੂੰ ਦੱਸਦਾ, ਦੋ ਖਾਲਿਸਤਾਨੀ ਸਮਰਥਕਾਂ ਵੱਲੋਂ ਮੈਨੂੰ ਧਮਕੀਆਂ ਆਈਆਂ। ਠੀਕ ਹੈ। SHO ਥਰਮਲ ਹੈ ਇੱਥੇ ਬਠਿੰਡੇ ਵਾਲਾ, ਉਹਦੇ ਕੋਲੇ ਕੰਪਲੇਂਟਾਂ ਪਈਆਂ। ਉਹਨੂੰ ਇਹੀ ਨਹੀਂ ਪਤਾ ਕਿ SHO ਥਰਮਲ ਨੇ ਇਹਦੇ ਵਿੱਚ ਕਾਰਵਾਈ ਕਰਨੀ ਹੈ
ਕਿ ਇਹਦੇ ਵਿੱਚ ਸਾਈਬਰ ਕ੍ਰਾਈਮ ਨਹੀਂ ਕਾਰਵਾਈ ਕਰਨੀ ਹੈ। ਅਸੀਂ ਪਹਿਲਾਂ ਜਾ ਕੇ ਪੁਲਿਸ ਨੂੰ ਇਹ ਸਮਝਾਉਂਦੇ ਫਿਰੀਏ ਕਿਹੜੇ ਵਿੱਚ ਕੀ ਕਾਰਵਾਈ ਕਰਨੀ ਬਣਦੀ ਹੈ। ਠੀਕ ਹੈ, ਜਿੱਦਣ ਮੇਰਾ ਕੋਈ ਮੰਨ ਲਓ ਨੁਕਸਾਨ ਹੋ ਜਾਂਦਾ, ਠੀਕ ਹੈ, ਮੇਰੇ ਤੇ ਅਟੈਕ ਹੋਇਆ, ਮੇਰੀਆਂ ਉਦੋਂ ਪਹਿਲਾਂ ਦੀਆਂ ਵੀ ਰਿਪੋਰਟਾਂ ਸੀ, ਚੱਕ ਕੇ ਦੇਖ ਲਓ ਵੀ ਸੰਦੀਪ ਪਾਠਕ ਨੂੰ ਸੀਰੀਅਸ ਥ੍ਰੈਟ ਹੈ। ਇਹ ਚੀਜ਼ ਚੱਕ ਕੇ ਦੇਖ ਲਓ ਤੁਸੀਂ, ਰਿਪੋਰਟਾਂ ਔਨ ਰਿਕਾਰਡ ਹੈ। ਜਦੋਂ ਮੇਰੇ ਤੇ ਅਟੈਕ ਹੋ ਗਿਆ ਉਦੋਂ ਬਾਅਦ ਮੈਨੂੰ ਸਿਕਿਉਰਿਟੀ ਦਿੱਤੀ। ਜੇ ਮੇਰਾ ਉਸ ਅਟੈਕ ਦੇ ਵਿੱਚ ਕੋਈ ਨੁਕਸਾਨ ਹੋ ਜਾਂਦਾ ਉਦੋਂ ਕੌਣ ਜ਼ਿੰਮੇਵਾਰ ਸੀਗਾ? ਕੋਈ ਇਸ ਚੀਜ਼ ਦਾ ਤੁਹਾਡੇ ਕੋਲ ਜਵਾਬ ਹੈ? ਜਦੋਂ ਕੋਈ ਕਿਸੇ ਦਾ ਪੁੱਤ ਹੈ ਯਾਰ, ਕਿਸੇ ਦਾ ਘਰ ਵਾਲਾ, ਕਿਸੇ ਦਾ ਪਿਓ ਹੈ, ਕਿਸੇ ਦਾ ਭਰਾ ਹੈ ਨਾ, ਜਦੋਂ ਕਿਸੇ ਬੰਦੇ ਦਾ ਨੁਕਸਾਨ ਹੋ ਗਿਆ ਉਦੋਂ ਬਾਅਦ ਆਪਾਂ ਕਹਿੰਦੇ ਹਾਂ ਹਾਂਜੀ ਸਿਸਟਮ 'ਚ ਗਲਤੀ ਰਹਿ ਗਈ। ਸਾਨੂੰ ਇੱਥੇ ਗੱਲ ਹੈ ਕਿ ਤੁਹਾਨੂੰ ਹੀ ਇੰਨਾ ਕਿਉਂ ਮਤਲਬ ਮੋਹ ਜਾਗਦਾ, ਬਾਕੀ ਦੁਨੀਆ ਹੀ ਬੈਠੀ ਹੈ, ਕਿਉਂ ਤੁਹਾਨੂੰ ਲੱਗਦਾ ਕਿ ਫੇਮ ਪਾਉਣ ਲਈ? ਅੱਛਾ, ਜੇ ਕੋਈ ਬੰਦਾ ਧਰਮ ਦੇ ਸੰਬੰਧਿਤ ਗੱਲ ਕਰਦਾ, ਜੇ ਕੋਈ ਬੰਦਾ ਆਪਦੇ ਧਰਮ ਦੇ ਸੰਬੰਧਿਤ ਗੱਲ ਕਰਦਾ, ਇਹਨਾਂ ਨੂੰ ਅਧਿਕਾਰ ਮਿਲ ਗਿਆ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦਾ। ਯਾਰ ਤੁਸੀਂ ਗੋਲੀਆਂ ਮਾਰ ਕੇ ਬੰਦੇ ਦੀ ਆਵਾਜ਼ ਦਬਾਓਗੇ? ਜੇ ਅਸੀਂ ਆਪਦੀ ਧਰਮ ਦੀ ਗੱਲ ਕਰਦੇ ਹਾਂ, ਤੁਸੀਂ ਮੈਂ ਇੰਨਾ ਐਕਟਿਵ ਹਾਂ, ਹੁਣ ਤੁਸੀਂ ਮੇਰੀ ਇੱਕ ਸਿੰਗਲ ਇੰਟਰਵਿਊ ਲਿਆਓ ਜਾਂ ਸਿੰਗਲ ਇੱਕ ਵਰਡ ਲਿਆਓ ਸਿੱਖੀ ਦੇ ਖਿਲਾਫ ਜਾਂ ਕਿਸੇ ਵੀ ਧਰਮ ਦੇ ਖਿਲਾਫ ਮੈਂ ਕਦੇ ਬੋਲਿਆ ਹੋਵਾਂ? ਮੈਂ ਕਿਉਂ ਇਹਨਾਂ ਦੀਆਂ ਅੱਖਾਂ 'ਚ ਰੜਕਣ ਲੱਗ ਗਿਆ ਜੀ? ਸੰਦੀਪ ਪਾਠਕ ਨੇ ਇਹੋ ਜਿਹਾ ਕੀ ਕਰਤਾ ਜਿਹੜਾ ਇਹਨਾਂ ਨੂੰ ਇੰਨਾ ਚੁਭਣ ਲੱਗ ਗਿਆ? ਤੁਹਾਡੀ ਇੱਕ ਵਿਚਾਰਧਾਰਾ, ਅਸੀਂ ਕਹਿੰਦੇ ਹਾਂ ਤੁਸੀਂ ਤਾਂ ਸਾਨੂੰ ਸਾਡੇ ਧਰਮ ਦਾ ਪ੍ਰਚਾਰ ਕਰਨ ਤੋਂ ਰੋਕਦੇ ਆ, ਅਸੀਂ ਤੁਹਾਨੂੰ ਕਹਿੰਦੇ ਹਾਂ ਤੁਸੀਂ ਆਪਦੇ ਧਰਮ ਦਾ ਪ੍ਰਚਾਰ ਕਰੋ, ਅਸੀਂ ਤੁਹਾਡੇ ਨਾਲ ਆ। ਤੁਸੀਂ ਸਾਨੂੰ ਕਹਿੰਦੇ ਹੋ ਅਸੀਂ ਆਪਦੇ ਧਰਮ ਦਾ ਪ੍ਰਚਾਰ ਨਹੀਂ ਕਰਨਾ, ਅਸੀਂ ਤਾਂ ਖਾਲਿਸਤਾਨ ਦਾ ਪ੍ਰਚਾਰ ਕਰਨਾ, ਤੇ ਤੁਹਾਨੂੰ ਆਵਾਜ਼ ਨਹੀਂ ਕੱਢਣ ਦੇਣੀ। ਫਿਰ ਇੰਨੇ ਤਾਂ ਨਹੀਂ ਮਰੇ ਜੀ, ਬੋਲਣੋਂ ਤਾਂ ਨਹੀਂ ਕੋਈ ਸਾਨੂੰ ਬੰਦ ਕਰਵਾ ਸਕਦਾ, ਬੋਲਣੋਂ ਨਹੀਂ ਕੋਈ ਬੰਦ ਕਰਵਾ ਸਕਦਾ। ਸਾਨੂੰ ਬੋਲਾਂਗੇ, ਤੇ ਜੇ ਸਾਡੇ 'ਚ ਕੋਈ ਗਲਤੀ ਹੈ ਸਾਹਮਣੇ ਲਿਆ ਕੇ ਰੱਖ ਦਿਓ, ਜਨਤਾ ਦੀ ਕਚਹਿਰੀ ਵਿੱਚ ਆਉਣੀ ਚਾਹੀਦੀ। ਤੁਸੀਂ ਮੇਰੀ ਇੱਕ ਸਿੰਗਲ ਸਟੇਟਮੈਂਟ ਲਿਆਓ, ਦੱਸੋ ਮੈਂ ਕਿਹਦੇ ਖਿਲਾਫ ਬੋਲਿਆ, ਮੈਂ ਕਿਹਦੀਆਂ ਅੱਖਾਂ ਵਿੱਚ ਤੇ ਕਿਉਂ ਚੁੱਭ ਰਿਹਾ? ਕਿਉਂਕਿ ਮੈਂ ਹਰਦੀਪ ਸਿੰਘ ਵਰਗੇ ਜਿਹੜੇ ਫਿਰਦੇ ਆ, ਬਾਹਰੋਂ ਫੰਡਿੰਗਾਂ ਕਿਹਨੂੰ ਆਉਂਦੀਆਂ ਜੀ? ਕਦੇ ਤੁਸੀਂ ਸੁਣਿਆ ਹਿੰਦੂ ਰਾਸ਼ਟਰ ਦੇ ਸਿਰ ਤੇ ਹਿੰਦੂ ਰਾਸ਼ਟਰ ਕਰਕੇ ਬਾਹਰੋਂ ਫੰਡਿੰਗ ਆ ਰਹੀ ਹੈ? ਸੁਣਿਆ ਅੱਜ ਤੱਕ? ਇਮਾਨਦਾਰੀ ਨਾਲ ਅੱਜ ਆਪਦੇ ਮਾਈਕ ਦੇ ਉੱਤੇ ਦੱਸੋ। ਨਾਗਪੁਰ ਤੋਂ ਆਉਂਦੀਆਂ। ਹਾਂਜੀ, ਨਾਗਪੁਰ ਤੋਂ ਆਉਂਦੀਆਂ ਕਹਿੰਦੇ। ਨਾਗਪੁਰ ਤੋਂ ਆਉਂਦੀਆਂ, ਅਸੀਂ ਇਕੱਠੇ ਕਰਦੇ ਹਾਂ, ਅਸੀਂ ਵੰਡ ਦਿੰਦੇ ਹਾਂ ਯਾਰ। ਜੇ ਤੁਹਾਨੂੰ ਨਾਗਪੁਰੀ ਐਡਾ ਚੁੱਭਦਾ ਹੈ, ਜੇ ਤੁਹਾਨੂੰ RSS ਵਾਲੇ ਐਡੇ ਚੁੱਭਦੇ ਆ, RSS ਵਾਲੇ ਸਰਕਾਰ ਤੋਂ ਫੰਡ ਲੈਂਦੇ ਆ, ਸਰਕਾਰ ਤੋਂ ਫੰਡ ਲੈਂਦੇ ਆ ਉਹ। ਜੇ RSS ਵਰਗੇ ਜਿੱਦਣ ਤੁਸੀਂ ਸੰਗਠਨ ਨੂੰ ਸਮਝ ਲਿਆ ਨਾ, ਤੁਹਾਨੂੰ ਉਦੋਂ ਪਤਾ ਲੱਗੂ ਵੀ ਇਹ ਇੱਕ ਬਰਾਬਰ ਦੀ ਫੌਜ ਕਿਵੇਂ ਤਿਆਰ ਹੈ। ਅੱਜ ਤੱਕ ਮੈਨੂੰ ਇੱਕ ਗੱਲ ਦੱਸ ਦਿਓ, ਜੇ ਕਿਸੇ ਬੰਦੇ ਨੂੰ, ਤੁਸੀਂ ਵੀ ਜੈਤੋ ਮੰਡੀ ਰਹਿੰਦੇ ਹੋ, ਫਰੀਦਕੋਟ ਦੇ ਬਸ਼ਿੰਦੇ ਹੋ, ਫਰੀਦਕੋਟ ਦੇ ਵਿੱਚ ਸ਼ਾਖਾਵਾਂ ਵੀ ਲੱਗਦੀਆਂ, ਜੈਤੋ ਮੰਡੀ ਵਿੱਚ ਵੀ ਸ਼ਾਖਾ ਲੱਗਦੀ ਹੈ, ਤੁਹਾਨੂੰ ਇੱਕ ਬੰਦੇ ਨੇ ਅੱਜ ਤੱਕ ਕਿਹਾ ਹੋਵੇ ਮੈਂ ਸੰਘ ਦਾ ਬੰਦਾ ਤੇ ਮੈਂ ਐਂ ਕਰ ਦੂੰਗਾ ਜਾਂ ਅਸੀਂ ਫਲਾਣੇ ਨੂੰ ਕੁਛ ਕਰਨ ਨਹੀਂ ਦਿੰਦੇ? ਯਾਰ ਸਾਡੇ ਵਿੱਚ ਇੰਨੀ ਸ਼ਾਲੀਨਤਾ ਕਿਵੇਂ ਹੈ? ਅਸੀਂ ਚੁੱਪ ਕਰਕੇ ਕਿਵੇਂ ਆਪਦੇ ਧਰਮ ਦਾ ਕੰਮ ਕਰ ਰਹੇ ਹਾਂ? ਅਸੀਂ ਕਿਵੇਂ ਕਿਸੇ ਧਰਮ ਨੂੰ ਬਿਨਾਂ ਕੋਈ ਨੁਕਸਾਨ ਕੀਤੇ, ਬਿਨਾਂ ਕਿਸੇ ਧਰਮ ਦੇ ਖਿਲਾਫ ਕੋਈ ਆਵਾਜ਼ ਬੋਲੇ, ਅਸੀਂ ਚੁੱਪਚਾਪ ਆਪਦੇ ਧਰਮ ਦਾ ਕਿਵੇਂ ਕੰਮ ਕਰੀ ਜਾਂਦੇ? ਸਾਡੇ ਗੁਰੂਆਂ ਪੀਰਾਂ ਨੇ, ਸਾਡੇ ਗ੍ਰੰਥਾਂ ਨੇ, ਸਾਡੇ ਮਹਾਂਪੁਰਸ਼ਾਂ ਨੇ ਸਾਨੂੰ ਇਹੀ ਗੱਲ ਸਿਖਾਈ ਹੈ, ਆਪਦੇ ਧਰਮ ਦਾ ਕੰਮ ਕਰਦੇ ਜਾਓ ਤੇ ਸਾਰੇ ਧਰਮਾਂ ਦਾ ਸਨਮਾਨ ਕਰੋ। ਅਸੀਂ ਕਿਸੇ ਨੂੰ ਦਬਾਉਣ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ, ਅਸੀਂ ਕਿਸੇ ਨੂੰ ਦੀ ਆਵਾਜ਼ ਦਬਾਉਣ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ। ਸਾਨੂੰ ਜਿਹੜੀ ਗੱਲ ਚੁੱਭਦੀ ਹੈ, ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਖਿਲਾਫ ਬੋਲਣ ਵਾਲੇ ਸਾਨੂੰ ਚੁੱਭਦੇ ਆ। ਜਦੋਂ ਕੋਈ ਆਗੂ ਮਾਹੌਲ ਖਰਾਬ ਕਰਨਾ, ਕੋਈ RSS ਦਾ ਆਗੂ ਇਹ ਕਹਿੰਦਾ ਕਿ ਹਿੰਦੂ ਰਾਸ਼ਟਰ ਬਣਾਉਣਾ, ਉਦੋਂ ਕੋਈ ਸਹੀ ਹੁੰਦਾ? ਹਿੰਦੂ ਰਾਸ਼ਟਰ ਤੁਸੀਂ ਕਦੇ ਦੇਖਿਆ ਉਹਨਾਂ ਨੇ ਕਿਹਾ ਹੋਵੇ ਵੀ ਤੂੰ ਹਿੰਦੂ ਰਾਸ਼ਟਰ ਬਾਰੇ ਬੋਲਤਾ ਤੇ ਮੈਂ ਤੇਰਾ ਕੱਲਾ ਕਿੱਥੋਂ ਲੰਘਦਾ? ਤੁਹਾਨੂੰ ਜਿਹੜੇ ਤੁਸੀਂ ਸੰਵਿਧਾਨ ਦੀ ਗੱਲ ਕੀਤੀ ਹੈ, ਜਿਹੜੇ ਇਹ ਲੋਕਾਂ ਨੇ ਆਪਣੇ ਜਿਹੜਾ ਸੰਵਿਧਾਨ ਹੈ ਉਹਦਾ ਸਹਾਰਾ ਲੈ ਕੇ, ਤੁਸੀਂ ਦੇਖੋ ਹੁਣ ਤੁਹਾਨੂੰ ਮੈਂ ਦੱਸਦਾ, ਤੁਸੀਂ ਅੱਜ ਹਾਈ ਕੋਰਟ ਦੇ ਵਿੱਚ ਜਾਓ, ਹਾਈ ਕੋਰਟ ਦੇ ਵਿੱਚ ਕਹੋ ਜੀ ਮੈਂ ਪੰਜਾਬ ਦਾ ਬਸ਼ਿੰਦਾ, ਹਿੰਦੁਸਤਾਨ ਦਾ ਮੈਂ ਰਹਿਣ ਵਾਲਾ, ਹਿੰਦੁਸਤਾਨ ਮਤਲਬ ਇੰਡੀਅਨ ਹੈ ਮੈਂ, ਤੇ ਮੈਂ ਚਾਹੁੰਦਾ ਜੀ ਖਾਲਿਸਤਾਨ ਮੁਲਕ ਹੋਣਾ ਚਾਹੀਦਾ। ਜੇ ਮੈਂ ਖਾਲਿਸਤਾਨ ਦੀ ਕੋਈ ਮਤਲਬ ਸ਼ਾਂਤਮਈ ਤਰੀਕੇ ਨਾਲ ਡਿਮਾਂਡ ਰੱਖਦਾ ਜਾਂ ਆਪਦੀ ਆਵਾਜ਼ ਬੁਲੰਦ ਕਰਦਾ, ਤਾਂ ਉੱਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਤੁਹਾਨੂੰ ਕੀ ਲੱਗਦਾ ਹਾਈ ਕੋਰਟ ਜਾਂ ਸਟੇਟ ਉਹ 'ਚ ਕੀ ਜਵਾਬ ਦੇਊਗੀ? ਤਾਂ ਹਾਂ ਹੀ ਕਹੂਗੀ ਜਦੋਂ ਅਧਿਕਾਰ। ਹਾਂ, ਤਾਂ ਉਹ ਕਿਵੇਂ ਨਾ ਕਹਿ ਸਕਦੇ ਆ ਜੀ? ਇਹ ਉਸੇ ਆਰਡਰ ਦਾ ਫਾਇਦਾ ਚੁੱਕ ਰਹੇ ਆ, ਇਹ ਲੋਕਾਂ ਨੂੰ ਅਸਲ ਗੱਲ ਦੱਸ ਹੀ ਨਹੀਂ ਰਹੇ ਵੀ ਅਸੀਂ ਉਹਦੇ 'ਚ ਲਿਖਿਆ ਕੀ ਹੈ। ਉਹ ਤਾਂ ਅਧਿਕਾਰ ਦਿੰਦਾ ਕੋਈ ਵੀ ਬੰਦਾ ਕਿਸੇ ਵੀ ਧਰਮ ਨੂੰ ਮੰਨੇ,
ਕੋਈ ਵੀ ਬੰਦਾ ਸ਼ਾਂਤੀ ਨਾਲ ਹੀ ਉਠਾਉਂਦੇ ਆ ਮੁੱਦਾ, ਇਹ ਵੀ ਸ਼ਾਂਤੀ ਨਾਲ ਹੀ ਕਰ ਰਹੇ ਆ, ਮਾਰਚ ਕਰ ਰਹੇ ਸੀ ਸ਼ਾਂਤੀ ਦੇ ਵਿੱਚ। ਉਹਦੇ 'ਚ ਕਹਿਤਾ ਖਾਲਿਸਤਾਨ ਜਿੰਦਾਬਾਦ, ਉਹ ਤਾਂ ਨਾਰੇ ਲੱਗਦੇ ਹੀ ਅਕਸਰ ਹੀ ਲੱਗਦੇ ਆ ਪੰਜਾਬ ਦੇ ਵਿੱਚ, ਥਾਂ ਥਾਂ ਲੱਗਦੇ ਆ। ਜਿਹੜਾ ਖਾਲੀ ਤੁਹਾਨੂੰ ਸ਼ਾਇਦ ਤੁਸੀਂ ਤੁਹਾਡੇ ਧਿਆਨ 'ਚ ਬੜੀਆਂ ਘੱਟ ਗੱਲਾਂ ਨੇ ਮਨਿੰਦਰ ਜੀ, ਤੁਹਾਨੂੰ ਸ਼ਾਇਦ ਪਤਾ ਹੋਵੇ ਜਿੱਦਣ ਇਹ ਕੁਝ ਹੋਇਆ ਉਦੋਂ ਹੀ ਤੁਹਾਨੂੰ ਧਿਆਨ ਹੋਊਗਾ ਪਾਵਰ ਹਾਊਸ ਰੋਡ ਤੇ ਗਲੀ ਦੇ ਵਿੱਚ ਭੰਨ ਤੋੜ ਹੋਈ ਸੀ, ਯਾਦ ਹੈ? ਮੇਰੇ ਨਹੀਂ ਹਾਂ, 1.25 ਘੰਟਾ ਪਾਵਰ ਹਾਊਸ ਰੋਡ ਜਾਮ ਰਿਹਾ ਉਸ ਦਿਨ, ਪਤਾ ਤੁਹਾਨੂੰ ਇਸ ਗੱਲ ਦਾ? ਨਹੀਂ ਮੈਨੂੰ ਚਲੋ ਉਸ ਦਿਨ ਦਾ ਅਖਬਾਰ ਚੱਕ ਕੇ ਪੜ੍ਹਿਓ ਜਿਸ ਦਿਨ ਹੋਇਆ ਇਹ ਕੀ ਹੋਇਆ। ਗੱਲ ਇਹ ਨਹੀਂ ਹੈਗੀ ਕਿ ਕੋਈ ਬੰਦਾ ਖਾਲਿਸਤਾਨ ਦੀ ਮੰਗ ਰੱਖਦਾ ਕਿ ਨਹੀਂ, ਠੀਕ ਹੈ? ਜਦੋਂ ਸਾਡਾ ਸੰਵਿਧਾਨ ਅਧਿਕਾਰ ਦਿੰਦਾ ਯਾਰ, ਅਸੀਂ ਕਿਵੇਂ ਨਕਾਰ ਦਾਂਗੇ? ਤੁਸੀਂ ਮੰਗੋ, ਤੁਸੀਂ ਜਿਹੜਾ ਪ੍ਰੋਪਰ ਤਰੀਕਾ ਉਹਨੂੰ ਅਡਾਪਟ ਕਰੋ। ਤੁਸੀਂ ਯੂਥ ਨੂੰ ਮਿਸਗਾਈਡ ਕਰਦੇ ਹੋ। ਅਸੀਂ ਜਿਹੜੀਆਂ ਕੁਰਬਾਨੀਆਂ ਦੇ ਕੇ ਸਾਨੂੰ ਐਡਾ ਸੋਹਣਾ ਪੰਜਾਬ, ਖੁਸ਼ਹਾਲ ਪੰਜਾਬ ਦਿੱਤਾ ਸਾਡੇ ਗੁਰੂਆਂ ਪੀਰਾਂ ਨੇ, ਜਿਹੜੇ ਸਾਡੇ ਸਰਬੰਸ ਦਾਨੀ ਨੇ, ਠੀਕ ਹੈ? ਇਹ ਹਿੰਦੂ ਸਿੱਖ ਨੂੰ ਮਤਲਬ ਕਾਇਮ ਰੱਖਣ ਲਈ, ਇਸ ਇਨਸਾਨੀਅਤ ਨੂੰ ਕਾਇਮ ਰੱਖਣ ਦੇ ਲਈ ਸਰਬੰਸ ਵਾਰਿਆ, ਉਹਦਾ ਇਹ ਟੀਚਾ ਕਦੇ ਨਹੀਂ ਰਿਹਾ ਸੀ ਯਾਰ। ਉਹ ਦਸਮ ਪਾਤਸ਼ਾਹ ਦਾ ਕਦੇ ਇਹ ਟੀਚਾ ਨਹੀਂ ਰਿਹਾ ਸੀ। ਇਹ ਜਿਹੜੀ ਸਿਆਸਤ ਹੈ ਇਹ ਸਿਰਫ ਤੇ ਸਿਰਫ ਇਹ ਆਰਗੇਨਾਈਜ਼ ਪ੍ਰੋਗਰਾਮ ਸੀਗਾ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਉਹਦੇ ਵਿੱਚ 400-500 ਝੰਡਾ ਲਹਿਰਾਇਆ, ਉਹ 'ਚ ਖਾਲਿਸਤਾਨ ਦੇ ਉਹ ਲੱਗੇ। ਤੁਸੀਂ ਇਮਾਨਦਾਰੀ ਨਾਲ ਮੈਨੂੰ ਦੱਸ ਦਿਓ, ਜੇ ਸੱਚੀ ਸਿੱਖਾਂ ਨੇ ਕੀਰਤਨ ਦੇ ਰੂਪ ਦੇ ਵਿੱਚ ਜਾਂ ਕੇਸਰੀ ਮਾਰਚ ਇਮਾਨਦਾਰੀ ਨਾਲ ਕੱਢਿਆ ਹੁੰਦਾ, ਨਾਲ ਕੀਰਤਨ ਚੱਲਦਾ ਹੁੰਦਾ, ਤੁਸੀਂ ਸੋਚ ਵੀ ਸਕਦੇ ਹੋ ਵੀ ਕੋਈ ਕਿਸੇ ਹਿੰਦੂ ਨੇ ਵੀ ਕੋਈ ਰੌਲਾ ਪਾਇਆ ਹੁੰਦਾ? ਤੁਹਾਨੂੰ ਨਹੀਂ ਲੱਗਦਾ ਵੀ ਉਹਦੇ ਵਿੱਚ ਹਿੰਦੂ ਵੀ ਸ਼ਾਇਦ ਨਾਲ ਤੁਰੇ ਜਾਂਦੇ ਹੁੰਦੇ ਜੇ ਕੀਰਤਨ ਹੁੰਦਾ? ਭਾਈ ਸਾਹਿਬ, ਹਿੰਦੂ ਉਹ ਹਿੰਦੂ ਹੈ ਜੇ ਮਹਾਰਾਜ ਦੀ ਬੀੜ ਵੀ ਸੜਕ ਦੇ ਉੱਤੋਂ ਦੀ ਟੱਪਦੀ ਹੋਵੇ ਨਾ, ਤੇ ਉਹ ਕੋਸ਼ਿਸ਼ ਕਰਦਾ ਛੇਤੀ ਕੱਪੜਾ ਚੱਕਦਾ ਵੀ ਮੈਂ ਸਿਰ ਆਪਦਾ ਢੱਕ ਲਾਂ। ਇਹ ਸਾਨੂੰ ਸਿਖਾਇਆ ਜਾਂਦਾ ਹੈ ਕਿਵੇਂ ਸਨਮਾਨ ਕਰਨਾ ਅਸੀਂ ਸਾਰੇ ਧਰਮਾਂ ਦਾ। ਤੇ ਦੱਸੋ ਪਾਤਸ਼ਾਹੀਆਂ ਜਾਂ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਕੀ ਸਨਮਾਨ ਕਰਨਾ ਕੀ ਨਹੀਂ, ਉਹ ਸਾਨੂੰ ਹਰਦੀਪ ਵਰਗੇ ਦੱਸਣਗੇ ਯਾਰ, ਠੀਕ ਹੈ? ਤਾਂ ਇਹ ਖਾਲਿਸਤਾਨ ਜਿਹੜਾ ਇਹਨਾਂ ਨੇ ਲਾਇਆ, ਇਹ ਸਿਰਫ ਬਾਹਰੋਂ ਫੰਡਿੰਗ ਦਾ ਇੱਕ ਜ਼ਰੀਆ। ਸਿੱਖ ਫॉर ਜਸਟਿਸ ਹੈ, ਚਾਹੇ ਜਿੰਨੇ ਖਾਲਿਸਤਾਨ ਸਮਰਥਕ ਜਿਹੜੀਆਂ ਫੋਰਸਿਸ ਨੇ, ਚਾਹੇ ਜਿਹੜੇ ਇਹ ਪਾਕਿਸਤਾਨੀ ਏਜੰਸੀ ISI ਹੈ, ਤੁਹਾਨੂੰ ਨਹੀਂ ਪਤਾ ਯਾਰ ਕਿਵੇਂ ਹੈਰੋਇਨ ਡਿੱਗ ਰਹੀ ਹੈ ਰੋਜ਼ ਬਾਰਡਰ ਦੇ ਉੱਤੇ, ਕਿਵੇਂ ਹਥਿਆਰ ਡਿੱਗ ਰਹੇ ਹੈ। ਇਹ ਕੀ ਦਿਖਾਉਣਾ ਚਾਹ ਰਹੇ, ਕਿਹਨੂੰ ਨਹੀਂ ਪਤਾ? ਸਾਰਾ ਕੁਝ ਬਾਹਰ ਆ ਜਾਊਗਾ ਜੀ। ਜੇ ਨਾ ਬਾਹਰ ਆਇਆ ਤਾਂ ਮੈਨੂੰ ਕਹਿ ਦਿਓ, ਤੇ ਮੈਂ ਕਹੂੰਗਾ ਮੈਨੂੰ ਸਾਡੇ ਸੰਵਿਧਾਨ ਤੇ ਵਿਸ਼ਵਾਸ ਹੈ। ਸਾਡੇ ਸੰਵਿਧਾਨ ਨੇ ਹੱਕ ਦਿੱਤਾ, ਸਾਡੇ ਸੰਵਿਧਾਨ ਨੂੰ ਸਾਡੀਆਂ ਫੋਰਸਿਸ ਨੇ, ਖਾਸ ਕਰ ਸਾਡੀ ਜਿਹੜੀ ਪੰਜਾਬ ਪੁਲਿਸ ਹੈ, ਉਹਨੂੰ ਇਹੋ ਜਿਹੀ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਹੈ। ਇੱਕ ਅੱਧੇ ਨੂੰ ਜਚਾ ਕੇ ਸਜ਼ਾ ਦਵਾਈ ਹੋਵੇ, ਇਹਨਾਂ ਦੀ ਕੀ ਜ਼ਰੂਰਤ ਹੈ ਮੁੜ ਕੇ ਇਹ ਝਾਕ ਜਾਣ ਜੀ ਹਿੰਦੁਸਤਾਨ ਦੀ ਏਕਤਾ ਤੇ ਅਖੰਡਤਾ ਦੇ ਵੱਲ। ਤਾਂ ਜਿਹੜਾ ਸਾਡਾ ਹਿੰਦੁਸਤਾਨ ਹੈ, ਇਹਦੇ ਵਿੱਚ ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਬੜੇ ਪਿਆਰ ਨਾਲ ਰਹਿ ਰਹੇ ਆ। ਜਿਹੜਾ ਇਹ ਖਾਲਿਸਤਾਨ ਦੇ ਨਾਮ ਤੇ ਸਾਡੇ ਨੂੰ ਪੰਜਾਬ ਨੂੰ ਹਿੰਦੁਸਤਾਨ ਤੋਂ ਅੱਡ ਕਰਨਾ ਚਾਹ ਰਹੇ ਆ, ਇਹ ਇਹਨਾਂ ਦੀਆਂ ਮੰਗਾਂ ਕਦੇ ਪੂਰੀਆਂ ਨਹੀਂ ਹੋਣਗੀਆਂ। ਚਾਹੇ ਉਹ ਗੁਰਪਤਵੰਤ ਪੰਨੂ ਆ ਜੇ, ਚਾਹੇ PhD ਜਿਹੜੇ ਵੀ ਮਰਜ਼ੀ ਆ ਜਾਣ, ਇਹ ਤਾਂ ਕਿਸੇ ਗਿਣਤੀ 'ਚ ਹੀ ਨਹੀਂ ਵਿਚਾਰਾ ਜੀ। ਇਹ ਤਾਂ ਧੱਕੇ ਨਾਲ ਰੌਲਾ ਪਾਉਂਦਾ ਫਿਰਦਾ ਵੀ ਇਹਨੂੰ ਕੋਈ ਪੁੱਛ ਲੇ, ਕੋਈ ਇਹਦੀ ਇੰਟਰਵਿਊ ਲੈ। ਇਹ ਲੋਕ ਸਿਰਫ ਇਹ ਹੈ, ਇਹ ਬਠਿੰਡੇ ਵਾਲੇ ਪ੍ਰੋਗਰਾਮ ਨੂੰ ਇਹ ਜ਼ਿਆਦਾ ਤਵੱਜੋ ਦੇਣਾ ਚਾਹ ਰਿਹਾ, ਠੀਕ ਹੈ? ਮੈਨੂੰ ਲੱਗਦਾ ਪੁਲਿਸ, ਅੱਜ ਵੀ ਅਸੀਂ DSP ਸਾਹਿਬ ਨੂੰ ਮਿਲੇ ਹਾਂ, ਅਸੀਂ ਵੀਡੀਓਜ਼ ਵੀ ਦੇਤੀਆਂ, ਮੈਨੂੰ ਲੱਗਦਾ ਜਲਦੀ ਇਹਦੇ ਉੱਤੇ ਕਾਰਵਾਈ ਹੋਊਗੀ, ਠੀਕ ਹੈ? ਤੇ ਜਿਹੜੀ ਮੈਂ ਪ੍ਰਸ਼ਾਸਨ ਤੋਂ ਮੰਗ ਕੀਤੀ ਸੀਗੀ ਵੀ ਕਾਂ ਮਾਰ ਕੇ ਟੰਗ ਦਿਓ, ਇਹ ਲੋਕਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ। ਜਿਹੜਾ ਪੰਜਾਬ ਦੇ ਵਿੱਚ ਇਹ ਬਠਿੰਡੇ ਦੇ ਵਿੱਚ ਸਾਡੇ ਹਰਕਤ ਕੀਤੀ ਹੈ ਇਹਨਾਂ ਨੇ, ਇਹਨਾਂ ਨੂੰ ਇਹਦਾ ਖਮਿਆਜਾ ਭੁਗਤਣਾ ਪਊਗਾ। ਸਾਡੀ ਪੁਲਿਸ ਫੋਰਸ ਹੈ ਜਿਹੜੀ, ਸਾਡਾ ਜਿਹੜਾ ਸੰਵਿਧਾਨ ਹੈ, ਸਾਡਾ ਕਾਨੂੰਨ ਹੈ, ਇਹਨਾਂ ਨੂੰ ਕਦੇ ਇਸ ਚੀਜ਼ ਲਈ ਬਖਸ਼ੂਗਾ ਨਹੀਂ ਤੇ ਗਾਹ ਨੂੰ ਵੀ ਅਲਾਉ ਨਹੀਂ ਕਰੂਗਾ। ਇਹਦੇ ਲਈ ਅਸੀਂ ਆਪਦਾ ਮੰਗਲਵਾਰ ਦਾ ਪ੍ਰੋਗਰਾਮ ਉਲੀਕਿਆ ਹੋਇਆ। ਇਹਦੇ ਤੇ ਸੋਮਵਾਰ ਤੱਕ ਕੋਈ ਕਾਰਵਾਈ ਹੋਗੀ ਤਾਂ ਠੀਕ ਹੈ, ਤੇ ਨਹੀਂ ਇਹਦਾ ਜਵਾਬ ਪੁਲਿਸ ਪ੍ਰਸ਼ਾਸਨ ਨੂੰ ਵੀ ਤੇ ਮੰਗਲਵਾਰ ਨੂੰ ਸਾਰਾ ਮਿਲ ਜੂਗਾ ਜੀ। ਬਹੁਤ ਧੰਨਵਾਦ। ਤਾਂ ਗੱਲਬਾਤ ਕੀਤੀ ਸੰਦੀਪ ਪਾਠਕ ਦੇ ਨਾਲ। ਇਤਰਾਜ਼ ਉਹਨਾਂ ਨੇ ਜਤਾਇਆ ਕਿ ਸਾਨੂੰ ਇਤਰਾਜ਼ ਹੈ ਕਿ ਇਹ ਦੇਸ਼ ਦੀ ਏਕਤਾ ਤੇ ਅਖੰਡਤਾ ਤੇ ਮਸਲਾ। ਤਾਂ ਉਹਨਾਂ ਨੂੰ ਸਵਾਲ ਵੀ ਕੀਤਾ ਕਿ ਜਦ ਸਾਡੀ ਮਾਣਯੋਗ ਕੋਰਟ ਆਗਿਆ ਦਿੰਦੀ ਹੈ ਇਸ ਗੱਲ ਦੀ ਕਿ ਕੋਈ ਵੀ ਸ਼ਾਂਤਮਈ ਤਰੀਕੇ ਦੇ ਨਾਲ ਖਾਲਿਸਤਾਨ ਦੀ ਮੰਗ ਕਰ ਸਕਦਾ ਹੈ, ਤਾਂ ਉਹਨਾਂ ਨੇ ਕਿਹਾ ਕਿ ਇਹ ਇੱਕ ਵੱਖਰੀ ਵਿਸ਼ਾ ਹੈ। ਉਹਨਾਂ ਨੇ ਕਿਹਾ ਕਿ ਕੋਰਟ ਦੇ ਵਿੱਚ ਜਾ ਕੇ ਕੋਈ ਵੀ ਵਿਅਕਤੀ ਅਪੀਲ ਕਰਕੇ ਇਹ ਮੰਗ ਸਕਦਾ ਹੈ, ਪਰ ਅਸੀਂ ਜੋ ਦੇਸ਼ ਦੀ ਅਖੰਡਤਾ ਏਕਤਾ ਨੂੰ ਢਾਹ ਲਾਉਂਦੇ, ਅਸੀਂ ਉਹਨਾਂ ਦੇ ਖਿਲਾਫ ਬੋਲਦੇ ਹਾਂ ਤੇ ਬੋਲਦੇ ਰਹਾਂਗੇ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਅਵਾਜ਼ TV।